बिस्मिल्लाहिर्रहमानिर्रहीम अस्सलाम वालेकुम जी। मेरा नाम है आयशा ते अज दी रेसिपी च मैं तुहाडे ਲਈ ਲੈ ਕੇ ਆਈ ਹਾਂ बेसन ਦੀ बर्फ़ी भी ਇਹਨੂੰ ਕਿਹਾ ਜਾ ਸਕਦਾ ਤੇ ਬਹੁਤ ਹੀ ਮਜ਼ੇਦਾਰ ਜੇ ਸਰਦੀਆਂ ਦੀ ਸੌਗਾਤ ਆ। ਤੇ ਚਲੋ ਜੀ ਚੱਲਦੇ ਹਾਂ ਹੁਣ ਰੈਸਪੀ ਦੀ ਤਰਫ। ਸਾਰਿਆਂ ਨਾਲੋਂ ਪਹਿਲਾਂ ਮੈਂ ਤਕਰੀਬਨ 1.5 ਕਿਲੋ ਬੇਸਨ ਲਿਆ ਸੀ ਤੇ ਮੈਂ ਉਹਨੂੰ ਛਾਣ ਲਿਆ। ਛਾਣ ਕੇ ਤੇ ਅਸੀਂ ਇਹਨੂੰ ਕੜਾਈ 'ਚ ਪਾ ਲਿਆ। ਜਿਹੜੀ ਕੜਾਈ 'ਚ ਅਸੀਂ ਇਹਨੂੰ ਭੁੰਨਣਾ ਸੀ ਤੇ ਆਲੂ ਜੀ ਉਹਦੇ ਵਿੱਚ ਪਾ ਲਿਆ। ਮੈਂ ਤਕਰੀਬਨ 1.5 ਕਿਲੋ ਦੇ ਹੀ ਕਰੀਬ ਸੀ ਮੇਰੇ ਕੋਲ ਆਪਣਾ ਘੀ, ਦੇਸੀ ਘੀ, ਤੇ ਉਹ ਵੀ ਉਹਦੇ ਵਿੱਚ ਪਾ ਲਿਆ। ਤੇ ਆਂਚ ਬਹੁਤ ਜ਼ਿਆਦਾ ਸਲੋ ਰੱਖਣੀ ਹੈ, ਬਿਲਕੁਲ ਵੀ ਹਲੇ ਔਨ ਨਹੀਂ ਕਰਨੀ ਹੈਗੀ। ਜਦੋਂ ਤੁਸੀਂ ਘੀ ਡਾਲ ਰਹੇ ਹੋ, ਜਦੋਂ ਤੁਸੀਂ ਘੀ ਡਾਲ ਲਵੋਗੇ ਉਸ ਤੋਂ ਬਾਅਦ ਤੁਸੀਂ ਆਂਚ ਥੋੜ੍ਹੀ ਜਿਹੀ ਨਾ ਹਲਕੀ ਜਿਹੀ ਕਰ ਲੈਣੀ ਤੇ ਮੱਧਮ ਜਿਹੀ, ਬਿਲਕੁਲ ਮੀਡੀਅਮ ਨਹੀਂ ਕਰਨਾ, ਉਸ ਤੋਂ ਵੀ ਸਲੋ ਕਰਨੀ ਹੈ। ਅੱਛਾ ਜੀ, ਆ ਤੁਸੀਂ ਦੇਖ ਰਹੇ ਹੋ ਕਿ ਘੀ ਮੇਰਾ ਮੈਲਟ ਹੋਣ ਲੱਗ ਗਿਆ ਤੇ ਨਾਲ ਹੀ ਉਹਦੇ ਨਾਲ ਮਿਕਸ ਹੋ ਰਿਹਾ ਹੈ ਆਪਣਾ ਬੇਸਨ ਵੀ। ਤੇ ਬਹੁਤ ਹੀ ਮਜ਼ੇਦਾਰ ਜਿਹੀ ਰੈਸਪੀ ਆ ਤੇ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਿਆ ਕਰੋ। ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਵਿੱਚ ਜਿਹੜੀਆਂ ਵੀਡੀਓ ਦੇ ਸ਼ੁਰੂ 'ਤੇ ਨਹੀਂ ਦੱਸੀਆਂ ਜਾਂਦੀਆਂ, ਉਹ ਨਾਲ ਦੱਸ ਦੇਈਦੀਆਂ ਵਾ। ਤੇ ਇਸ ਲਈ ਵੀਡੀਓ ਨੂੰ ਲਾਜ਼ਮੀ ਲਾਈਕ ਵੀ ਕਰ ਦਿਆ ਕਰੋ ਤੇ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਦਿਆ ਕਰੋ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਤੇ। ਅੱਛਾ ਜੀ, ਤੁਸੀਂ ਦੇਖ ਰਹੇ ਹੋ ਘੀ ਥੋੜ੍ਹਾ ਜਿਹਾ ਕਮ ਲੱਗਾ ਸੀ ਤੇ ਅੰਮੀ ਨੇ ਕਿਹਾ ਕਿ ਵਿੱਚ ਥੋੜ੍ਹਾ ਜਿਹਾ ਹੋਰ ਪਾ ਦਿਓ ਤੇ ਹੋਰ ਘੀ ਪਾਤਾ। ਇਸ ਲਈ ਉੱਪਰ ਹਲੇ ਮੈਲਟ ਹੋ ਗਿਆ ਸੀ, ਲੇਕਿਨ ਉਸ ਤੋਂ ਬਾਅਦ ਜਿਹੜਾ ਸੀ ਦੂਸਰੀ ਦਫਾ ਘੀ ਡਾਲਿਆ ਉਹ ਉੱਪਰ ਨਜ਼ਰ ਆ ਰਿਹਾ। ਹਲੋ ਜੀ, ਮੇਰਾ ਘੀ ਤਕਰੀਬਨ ਹੋ ਗਿਆ ਮੈਲਟ ਤੇ ਇਹਨੂੰ ਨਾਲ ਬਕਾਇਦਾ ਚਮਚ ਹਿਲਾਉਂਦੇ ਰਹਿਣਾ ਵਾ ਕਿਉਂਕਿ ਨੀਚੋਂ ਬਰਾਊਨ ਨਾ ਹੋ ਜਾਏ ਨਾ ਬੇਸਨ, ਇਸ ਲਈ। ਅੱਛਾ ਜੀ, ਤੇ ਇਹਨੂੰ ਅਸੀਂ ਭੁੰਨ ਲੈਣਾ ਵਾ ਬੇਸਨ ਨੂੰ ਘੀ ਦੇ ਵਿੱਚ ਤੇ ਹਲਕੀ ਆਂਚ 'ਤੇ। ਅੱਛਾ, ਉਸ ਤੋਂ ਬਾਅਦ ਤਕਰੀਬਨ ਕਿਲੋ ਦੇ ਦਰਮਿਆਨ ਚੀਨੀ ਸੀਗੀ ਤੇ ਹੋਰ ਨਟਸ ਵੀ ਤੁਸੀਂ ਜਿਹੜੇ ਚਾਹੋ ਵਿੱਚ ਪਾ ਸਕਦੇ ਹੋ। ਆ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਆਪਣਾ ਘੀ ਆ ਮੈਲਟ ਹੋ ਗਿਆ ਵਾ ਤੇ ਬੇਸਨ ਭੁੰਨਣਾ ਸਟਾਰਟ ਹੋ ਗਿਆ, ਇਸ ਲਈ ਇਹਦੇ ਵਿੱਚ ਬਬਲ ਆਉਣ ਲੱਗ ਗਿਆ। ਚੈਨਲ ਲਾਜ਼ਮੀ ਸਬਸਕ੍ਰਾਈਬ ਕਰ ਦਿਆ ਕਰੋ। ਤੁਹਾਡਾ ਇੱਕ ਬਟਨ ਜਾਂ ਉਂਗਲੀ ਦਬਾਉਣ ਦੇ ਨਾਲ ਕੁਛ ਵੀ ਨਹੀਂ ਚਲੇ ਜਾਣਾ, ਲੇਕਿਨ ਮੇਰੇ ਸਬਸਕ੍ਰਾਈਬ ਜ਼ਿਆਦਾ ਹੋ ਜਾਣੇ। ਮੈਂ ਕੋਈ ਯਾਨੀ ਕਿ ਸ਼ੈਫ ਨਹੀਂ ਹੈ, ਮਾਸਟਰ ਸ਼ੈਫ, ਲੇਕਿਨ ਡੇਲੀ ਬੇਸ 'ਤੇ ਜਿਹੜੀਆਂ ਬਣਾਈ ਦੀ ਹੈ ਸਬਜ਼ੀ ਹੈ, ਜਿਹੜੀ ਰੈਸਪੀ ਬਣਾਈ ਦੀ ਹੈ, ਜੋ ਕੁਛ ਵੀ ਸਾਲਨ ਦੇ ਤੌਰ 'ਤੇ ਵੀ ਜਿਹੜੀ ਚੀਜ਼ ਬਣਾਈ ਦੀ ਆ ਉਹ ਸ਼ੇਅਰ ਕਰ ਦਈ ਦੀ ਆ। ਬਸ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਅਤੇ ਸਪੋਰਟ ਕਰਿਆ ਕਰੋ ਛੋਟੇ ਯੂਟਿਊਬਰਸ ਨੂੰ, ਉਹਨਾਂ ਦਾ ਤੁਹਾਡੇ 'ਤੇ ਹੀ ਡਿਪੈਂਡ ਹੁੰਦਾ। ਅੱਛਾ ਜੀ, ਇਹ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਬੇਸਨ ਬਣ ਰਿਹਾ। ਹੁਣ ਤਕਰੀਬਨ ਬੇਸਨ ਜਿਹੜਾ ਵਾ ਉਹ ਬਰਾਊਨ ਹੋ ਚੁੱਕਿਆ ਹੈ, ਯਾਨੀ ਕਿ ਕੀ ਕਹਿ ਸਕਦੇ ਇਹਨੂੰ ਕਿ ਅਸੀਂ ਜਿੰਨਾ ਭੁੰਨਣਾ ਸੀ ਬੇਸਨ ਘਿਓ ਦੇ ਵਿੱਚ ਓਨਾ ਭੁਜਿਆ ਜਾ ਚੁੱਕਿਆ। ਤੇ ਅੰਮੀ ਚਮਚ ਬਰਾਬਰ ਹਿਲਾਈ ਜਾ ਰਿਹਾ ਤਾਂ ਕਿ ਉਹਦੇ ਵਿੱਚ ਕੋਈ ਗੁਠਲੀ ਬਣਨ ਦੀ ਹੁਣ ਕੋਈ ਚਾਂਸ ਤਾਂ ਨਹੀਂ ਹੈ, ਲੇਕਿਨ ਨੀਚੇ ਨਾ ਲੱਗ ਜਾਏ। ਸਾਨੂੰ ਜਿਹੜੇ ਮੇਨ ਚੀਜ਼ ਹੈ ਨਾ ਉਹ ਇਹ ਹੈ ਕਿ ਸਾਡਾ ਬੇਸਨ ਨੀਚੇ ਨਾ ਲੱਗ ਜਾਏ ਤੇ ਯਾਨੀ ਕਿ ਜਿੱਥੋਂ ਜ਼ਿਆਦਾ ਨੀਚੇ ਲੱਗ ਗਿਆ ਤੇ ਉਹ ਉੱਥੋਂ ਬਲੈਕ ਹੋਣਾ ਸਟਾਰਟ ਹੋ ਜਾਣਾ, ਕਿਉਂਕਿ ਘੀ ਜਿਹੜਾ ਹੈਗਾ ਵਾ ਉਹਨੇ ਬਹੁਤ ਜ਼ਿਆਦਾ ਹੀਟ ਅਪ ਹੋਇਆ ਵਾ ਤੇ ਉਹਨੇ ਬਹੁਤ ਜ਼ਿਆਦਾ ਜਲਦੀ ਜਲਾ ਦੇਣਾ ਤੇ ਇਸ ਲਈ ਬਰਾਬਰ ਚਮਚ ਹਿਲਾਈ ਜਾਣਾ। ਤੇ ਆਲੂ ਜਿਹੜਾ ਸਾਡਾ ਬੇਸਨ ਸੀਗਾ ਉਹਨੂੰ ਅਸੀਂ ਪਰਾਤ 'ਚ ਕੱਢ ਲਿਆ ਵਾ ਤੇ ਹੁਣ ਉਸ ਪਰਾਤ 'ਚ ਅਸੀਂ ਪਾਤਾ ਪਾਣੀ ਤਾਂ ਕਿ ਅਸੀਂ ਇਹਦਾ ਸ਼ੀਰਾ ਤਿਆਰ ਕਰ ਲਈਏ ਜਾਂ ਚਾਹ ਅਸੀਂ, ਇਹ ਤੁਸੀਂ ਕੁਛ ਵੀ ਕਹਿ ਸਕਦੇ ਹੋ। ਅੱਛਾ ਜੀ, 1 ਕਿਲੋ ਦੇ ਦਰਮਿਆਨ ਤਕਰੀਬਨ ਹੈਗੀ ਆ ਚੀਨੀ ਤੇ ਅੰਮੀ ਕਹਿ ਰਿਹਾ ਮੈਂ ਫਿਰ ਵੀ ਮਾਪ ਲਵਾਂ, ਜ਼ਿਆਦਾ ਹੀ ਨਾ ਹੋ ਜਾਏ, ਤੇ ਇਸ ਲਈ ਥੋੜ੍ਹੀ ਜਿਹੀ ਰੱਖੀ ਸੀ। ਉਹ 'ਚੋਂ ਵੀ ਅੰਮੀ ਕਹਿੰਦੇ ਚਲੋ ਥੋੜ੍ਹੀ ਜਿਹੀ ਪਾ ਦਿੰਦੇ ਹਾਂ। ਅੱਛਾ, ਜਦੋਂ ਘਰ ਕੋਈ ਇੱਦਾਂ ਦੀ ਸੌਗਾਤ ਬਣ ਰਹੀ ਹੁੰਦੀ ਨਾ, ਬੱਚੇ ਬਹੁਤ ਆਲੇ ਦੁਆਲੇ ਤੁਰੇ ਫਿਰਦੇ ਰਹਿੰਦੇ ਕਿ ਪਤਾ ਨਹੀਂ ਕਿਹੜੀ ਚੀਜ਼ ਬਣ ਰਹੀ ਹੈ, ਕਿ ਜਿਹੜੇ ਸਾਰੇ ਜਾਣੇ ਬਹੁਤ ਜ਼ਿਆਦਾ ਐਕਸਾਈਟਿਡ ਹੁੰਦੇ ਆ। ਅੱਛਾ ਜੀ, ਦੇਖ ਲਓ ਕਿ ਤੁਸੀਂ ਮੇਰੀ ਚਾਸ ਜਾਂ ਜੇ ਇਹਨੂੰ ਕੁਛ ਵੀ ਕੀ ਕਹਿ ਸਕਦੇ ਹਾਂ, ਸ਼ੀਰਾ ਜਿਹੜਾ ਤਿਆਰ ਹੋ ਰਿਹਾ। ਅਤੇ ਅੰਮੀ ਕਹਿੰਦੇ ਸੀ ਉਦੋਂ ਤੱਕ ਅਸੀਂ ਇਹਨੂੰ ਪਕਾਉਣਾ ਜਦੋਂ ਤੱਕ ਤੇ ਚਾਹ ਨਹੀਂ ਚੜ੍ਹ ਨਾ ਜਾਏ, ਯਾਨੀ ਕਿ ਤਾਰ ਨਾ ਬਣਨੀ ਸਟਾਰਟ ਹੋ ਜਾਏ ਨਾ, ਉਦੋਂ ਤੱਕ। ਤੇ ਚੀਨੀ ਦੇ ਨਾਲ ਬਬਲ ਤੇ ਬਬਲ ਬਣੀ ਜਾ ਰਹੇ। ਲਓ ਜੀ, ਵਾ ਮੇਰੇ ਕੋਲ ਬਦਾਮ ਤੇ ਇਹਨਾਂ ਨੂੰ ਮੈਂ ਕੁੱਟ ਲਿਆ, ਕੁਛ ਕਰਸ਼ ਕਰ ਲਿਆ ਛੁਰੀ ਦੇ ਨਾਲ। ਤੇ ਜਿਹੜੀ ਚਾਸ ਬਣਾਈ ਸੀ ਨਾ ਉਹਦੇ ਥੱਲੇ ਅੱਗ ਬੰਦ ਕਰ ਦਿੱਤੀ ਸੀ, ਉਹ ਇਸ ਲਈ ਕਿ ਫਿਰ ਜਦੋਂ ਅਸੀਂ ਇਹਦੇ ਵਿੱਚ ਪਾਉਣੀਆਂ ਸੀ ਨਾ ਚੀਜ਼ਾਂ ਤੇ ਉੱਭਰ ਕੇ ਆਉਣਾ ਸੀ ਇਹਦੇ ਲਮਸ ਜਿਹੜੇ, ਤੇ ਉਹ ਬਾਜ਼ੂਆਂ 'ਤੇ ਨਾ ਪੈ ਜਾਣ। ਜਦੋਂ ਅਸੀਂ ਪਾਤੇ ਬਦਾਮ ਤੇ ਫਿਰ ਅੰਮੀ ਕਹਿੰਦੇ ਚਲ ਹੁਣ ਇੱਦਾਂ ਕਰ, ਨੀਚੇ ਚੁੱਲ੍ਹਾ ਚਲਾ ਦੇ ਤਾਂ ਕਿ ਸਾਰੀਆਂ ਚੀਜ਼ਾਂ ਫਈਆ ਜਾਨ ਹੋ ਜਾਣ। ਅਤੇ ਜਿਹੜਾ ਅਸੀਂ ਬੇਸਨ ਭੁੰਨ ਕੇ ਕੱਢਿਆ ਸੀ ਉਹ ਅਸੀਂ ਇਹਦੇ ਵਿੱਚ ਪਾ ਦਿੱਤਾ। ਅੱਛਾ, ਪਾਣੀ ਪਾ ਕੇ ਵਿੱਚ ਜੋ ਚੀਨੀ ਪਾਈ ਸੀ ਨਾ ਤਾਂ ਉਦੋਂ ਵੀ ਥੋੜ੍ਹਾ ਜਿਹਾ ਘੀ ਇਹਦੇ ਵਿੱਚ ਐਡ ਕੀਤਾ ਸੀ, ਥੋੜ੍ਹਾ ਕੀਤਾ ਸੀ ਕਿਉਂਕਿ ਜ਼ਿਆਦਾ ਘੀ ਅਸੀਂ ਜਦੋਂ ਬੇਸਨ ਭੁੰਨਣਾ ਸੀ ਨਾ
ਉਦੋਂ ਪਾ ਲਿਆ ਸੀ, ਤੇ ਫਿਰ ਚਾਸ ਬਣਾਉਣ ਵਿੱਚ ਜਿਹੜਾ ਘੀ ਪਾਇਆ ਸੀ ਉਹ ਥੋੜ੍ਹਾ ਪਾਇਆ ਸੀ। ਜੇ ਇਹਦੇ ਵਿੱਚ ਕੁਛ ਜ਼ਿਆਦਾ ਵਾ ਜਾਂ ਤੁਸੀਂ ਇੰਨਾ ਜ਼ਿਆਦਾ ਨਹੀਂ ਪਾਉਣਾ ਚਾਹ ਰਹੇ ਤਾਂ ਨਹੀਂ ਵੀ ਪਾ ਯਾਨੀ ਕਿ ਨਾ ਪਾਇਓ। ਅੱਛਾ, ਸਾਰਾ ਹੁਣ ਅਸੀਂ ਬੇਸਨ ਕੱਢ ਲੈਣਾ ਵਾ ਕੜਾਹੀ ਦੇ ਵਿੱਚ, ਅਤੇ ਥੋੜ੍ਹਾ ਜਿਹਾ ਮਿਕਸ ਕਰ ਲਿਆ ਤਾਂ ਕਿ, ਅਤੇ ਆ ਜਿਹੜੀ ਪਰਾਤ 'ਚੋਂ ਅਸੀਂ ਬੇਸਨ ਕੱਢਿਆ ਸੀ ਕੁਛ ਉਹਦੇ 'ਚ ਪਾ ਲਿਆ, ਅਤੇ ਇੱਕ ਪਰਾਤ ਮੈਂ ਹੋਰ ਰੱਖੀ ਸੀ, ਅੱਧਾ ਉਹਦੇ ਵਿੱਚ ਪਾ ਲਿਆ ਤਾਂ ਕਿ ਅਸੀਂ ਇਹਦੀਆਂ ਜੋ ਟੁਕੜੀਆਂ ਕੱਟ ਸਕੀਏ ਅਤੇ ਨਾਲੇ ਠੰਡਾ ਵੀ ਜਲਦੀ ਹੋ ਜਾਏ, ਕਿਉਂਕਿ ਇੱਦਾਂ ਹੀ ਤਾਂ ਹਾਰਡ ਹੋ ਜਾਣਾ ਸੀ ਘੀ ਸੀ। ਆਹ ਹਲੇ ਇੰਨਾ ਜ਼ਿਆਦਾ ਨਹੀਂ ਸੀ ਹੋਇਆ, ਅਤੇ ਮੈਂ ਕਿਹਾ ਚਲੋ ਜਲਦੀ ਜਲਦੀ ਮੇਰੀਆਂ ਨਾ ਛੁਰੀ ਦੇ ਨਾਲ ਟੁਕੜੀਆਂ ਕੱਟ ਦੇਵਾਂ। ਕੱਢ ਤਾਂ ਨਹੀਂ ਸੀ ਹੋਣੀਆਂ, ਫਿਲਹਾਲ ਮੈਂ ਲਾਈਨਿੰਗ ਹੀ ਕਰ ਦਿੱਤੀ ਸੀ। ਇਹ ਜੰਮਣ ਤੋਂ ਪਹਿਲਾਂ ਯਾਨੀ ਕਿ ਜਦੋਂ ਠੰਡਾ ਹੋ ਜਾਵੇ ਨਾ ਜ਼ਰਾ ਬੇਸਨ, ਅਤੇ ਉਦੋਂ ਤੁਸੀਂ ਛੁਰੀ ਦੇ ਨਾਲ ਇਹਨੂੰ ਲਾਈਨਿੰਗ ਕਰ ਦੇਣੀ ਇਹਦੀ। ਪਹਿਲੇ ਮੈਂ ਇੱਕ ਭਰਾ 'ਚੋਂ ਕੀਤੀ, ਫਿਰ ਦੂਸਰੀ 'ਚੋਂ ਕੀਤਾ। ਦੇਖੋ ਜੀ ਮੈਂ ਚੌਰਸ ਇਹਨਾਂ ਦੀ ਸ਼ੇਪ ਦੇ ਦਿੱਤੀ ਹੈ, ਅਤੇ ਹੁਣ ਜਦੋਂ ਬਿਲਕੁਲ ਠੰਡੇ ਹੋ ਜਾਓਗੇ ਤਾਂ ਫਿਰ ਅਸੀਂ ਇਹਨੂੰ ਕੱਢ ਲਾਂਗੇ। ਆ ਲਓ 2 ਪਰਾਤਾਂ ਅਸੀਂ ਬਣਾਈਆਂ, ਅਤੇ ਆ ਤੁਸੀਂ ਦੇਖੋ ਕਿੰਨੇ ਪਿਆਰੇ ਜਿਹੀ ਅੱਛੀ ਜਿਹੀ ਬਰਫੀ ਤਿਆਰ ਸੀ। ਓਕੇ ਜੀ, ਅੱਲਾ ਹਾਫਿਜ਼।